ਹੈਲੋ ਬੱਚਿਓ, ਫਾਈਨੈਂਸ਼ੀਅਲ ਸਟੇਟਮੈਂਟ ਦੇ ਅੰਦਰ ਆਪਾਂ ਸੈਕਿੰਡ ਟੌਪਿਕ ਕਾਮਨ ਸਾਈਜ਼ ਸਟੇਟਮੈਂਟ ਕਰਨ ਜਾ ਰਹੇ ਹਾਂ। ਕਾਮਨ ਸਾਈਜ਼ ਸਟੇਟਮੈਂਟ ਹੁੰਦਾ ਕੀ ਬੱਚੇ, ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੋ। ਕਾਮਨ ਸਾਈਜ਼ ਸਟੇਟਮੈਂਟ ਇਜ਼ ਅ ਵਰਟੀਕਲ ਐਨਾਲਾਈਜ਼। ਵਰਟੀਕਲ ਐਂਡ ਹੌਰੀਜ਼ੌਂਟਲ ਦੋ ਹੁੰਦੇ ਨੇ। ਜੇ ਤੁਸੀਂ ਕੰਪੈਰੇਟਿਵ ਸਟੇਟਮੈਂਟ ਕਰ ਲਈ ਤਾਂ ਉਹ ਹੌਰੀਜ਼ੌਂਟਲ ਹੁੰਦੀ ਹੈ, ਮਤਲਬ ਇੱਕ ਈਅਰ ਨੂੰ ਦੂਸਰੀ ਈਅਰ ਨਾਲ ਕੰਪੈਰੀਜ਼ਨ ਕੀਤਾ ਜਾਂਦਾ, ਮਤਲਬ ਐਦਾਂ ਕੰਪੈਰੀਜ਼ਨ ਕੀਤਾ ਜਾਂਦਾ। ਬਟ ਕਾਮਨ ਸਾਈਜ਼ ਦੇ ਅੰਦਰ ਆਪਾਂ ਐਦਾਂ ਕੰਪੈਰੀਜ਼ਨ ਕਰਦੇ ਹਾਂ। ਪ੍ਰੈਕਟੀਕਲੀ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ, ਮਤਲਬ ਵਰਟੀਕਲੀ ਮੀਨਸ ਥੱਲੇ ਨੂੰ ਕੰਪੈਰੀਜ਼ਨ ਕਰਦੇ ਹਾਂ। ਸੋ ਨੈਕਸਟ ਤੁਸੀਂ ਇਸੀ ਵੀਡੀਓ ਦੇ ਅੰਦਰ ਆਪਾਂ ਪ੍ਰੈਕਟੀਕਲ ਕੁਐਸਚਨਸ ਕਰਾਂਗੇ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ। ਜਸਟ ਹਜੇ ਨਹੀਂ ਸਮਝੋ ਕਿ ਕਾਮਨ ਸਾਈਜ਼ ਸਟੇਟਮੈਂਟ ਦੇ ਅੰਦਰ ਵਰਟੀਕਲੀ ਐਨਾਲਾਈਜ਼ ਆਫ ਅ ਫਾਈਨੈਂਸ਼ੀਅਲ ਸਟੇਟਮੈਂਟ ਇਨ ਵਿਚ, ਧਿਆਨ ਨਾਲ ਸਮਝੋ ਬੱਚੇ, ਕਿਹੋ ਜਿਹੀ ਸਟੇਟਮੈਂਟ ਹੈ ਜਿਹਦੇ ਵਿੱਚ ਅਮਾਊਂਟਸ ਆਫ ਦਾ ਇੰਡੀਵਿਜੂਅਲ ਆਈਟਮਸ, ਅਮਾਊਂਟਸ ਆਫ ਦਾ ਇੰਡੀਵਿਜੂਅਲ ਆਈਟਮ, ਕਹਿੰਦਾ ਹਰ ਇੱਕ ਅਮਾਊਂਟ ਇੰਡੀਵਿਜੂਅਲ ਆਈਟਮ ਦੀ। ਕਿਹੜੀ ਕਿਹੜੀ ਇੰਡੀਵਿਜੂਅਲ ਆਈਟਮ, ਜੇ ਬੈਲੈਂਸ ਸ਼ੀਟ ਦੀ ਗੱਲ ਕਰੀਏ, ਡੈਟਰ, ਕ੍ਰੈਡੀਟਰ, ਹਨਾ, ਐਸਟ, ਪ੍ਰੋਫਿਟ ਐਂਡ ਲਾਸ ਅਕਾਊਂਟ, ਬੈਲੈਂਸ ਸ਼ੀਟ ਮਤਲਬ ਪ੍ਰੋਫਿਟ ਐਂਡ ਲਾਸ ਅਕਾਊਂਟ, ਮਤਲਬ ਹਰ ਚੀਜ਼, ਆਈਦਰ ਮਸ਼ੀਨਰੀ, ਫਰਨੀਚਰ। ਜੇ ਐਸਟ ਸਾਈਡ ਦੇਖੋਗੇ ਤਾਂ, ਔਰ ਲਾਇਬਿਲਿਟੀ ਸਾਈਡ ਦੇਖੋਗੇ ਤਾਂ ਆਈਦਰ ਤੁਸੀਂ ਕਹਿ ਸਕਦੇ ਹੋ ਕ੍ਰੈਡੀਟਰ ਹੋ ਗਏ, ਲੋਨ ਹੋ ਗਿਆ, ਲੌਂਗ ਟਰਮ ਸ਼ਾਰਟ ਟਰਮ ਲੋਨ ਹੋ ਗਏ, ਸਿਕਿਉਰਿਟੀਜ਼ ਹੋ ਗਈਆਂ, ਪ੍ਰੈਫਰੈਂਸ਼ੀਅਲ ਇਕੁਇਟੀ ਸ਼ੇਅਰਸ ਹੋ ਗਏ। So individual items of the balance sheet or a profit and loss accounts are written and compare with the common base। मतलब हर एक ਨੂੰ ਇੱਕ ਬੇਸ ਨਾਲ ਕੰਪੈਰੀਜ਼ਨ ਕੀਤਾ ਜਾਂਦਾ। common base is revenue from operation। ਜੇ ਤਾਂ ਆਪਾਂ profit and loss account ਦੀ ਗੱਲ ਕਰ ਰਹੇ ਹਾਂ, ਮੈਂ ਇੱਥੇ ਲਿਖ ਦਿੰਦਾ, ਜੇ ਤਾਂ ਆਪਾਂ profit and loss account ਦੀ ਗੱਲ ਕਰ ਰਹੇ ਹਾਂ, ਫਿਰ ਤਾਂ ਜਿਹੜਾ ਮਤਲਬ ਜੇ ਕਾਮਨ ਸਾਈਜ਼ ਦੇ ਅੰਦਰ ਕੰਪੈਰੀਜ਼ਨ ਕਰ ਰਹੇ ਹਾਂ, ਸਟੇਟਮੈਂਟ ਬਣਾ ਰਹੇ ਹਾਂ, ਫਿਰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ ਜਿਹੜਾ ਬੇਸ ਮੰਨਿਆ ਜਾਂਦਾ ਉਹ ਰੈਵਨਿਊ ਫਰੋਮ ਆਪਰੇਸ਼ਨ ਨੂੰ ਮੰਨਿਆ ਜਾਂਦਾ। ਜੇ ਕਾਮਨ ਸਾਈਜ਼ ਆਪਾਂ ਬੈਲੈਂਸ ਸ਼ੀਟ ਦੇ ਅੰਦਰ ਦੇਖਣਾ ਤਾਂ ਟੋਟਲ ਐਸੈਟਸ ਐਂਡ ਟੋਟਲ ਲਾਇਬਿਲਿਟੀ ਨੂੰ ਬੇਸ ਮੰਨਿਆ ਜਾਂਦਾ। ਇਹ ਆਪਾਂ ਜਦੋਂ ਪ੍ਰੈਕਟੀਕਲੀ ਕਰਾਂਗੇ ਤੁਹਾਨੂੰ ਜ਼ਿਆਦਾ ਸਮਝ ਲੱਗ ਜੂਗਾ। ਕਿਹਦੇ ਅੰਦਰ? ਬੈਲੈਂਸ ਸ਼ੀਟ ਦੇ ਅੰਦਰ। क्लियर? आई होप ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਊਗੀ। ਸੋ ਮੈਂ ਰਿਪੀਟ ਕਰ ਦਿੰਦਾ, ਕਾਮਨ ਸਾਈਜ਼ ਕੀ ਹੈ? ਇੱਕ ਤਾਂ ਇਹ ਵਰਟੀਕਲੀ ਐਨਾਲਾਈਸਿਸ ਆ, ਸੈਕਿੰਡ ਇਹਦੇ ਅੰਦਰ ਹਰ ਇੱਕ ਇੰਡੀਵਿਜੂਅਲ ਆਈਟਮ ਨੂੰ ਕਾਮਨ ਬੇਸ ਦੇ ਨਾਲ ਕੰਪੈਰੀਜ਼ਨ ਕਰ ਦਿੱਤਾ ਜਾਂਦਾ। ਬਸ ਦੋ ਹੀ ਗੱਲਾਂ ਯਾਦ ਰੱਖਣੀਆਂ, ਕਾਮਨ ਬੇਸ ਦੇ ਨਾਲ ਇੰਡੀਵਿਜੂਅਲ ਆਈਟਮ ਨੂੰ ਕੰਪੈਰੀਜ਼ਨ ਕੀਤਾ ਜਾਂਦਾ ਤੇ ਇੱਕ ਵਰਟੀਕਲ ਐਨਾਲਾਈਸਿਸ ਆ। ਸੋ ਇਹਦੇ ਅੰਦਰ ਵੀ ਕਾਮਨ ਸਾਈਜ਼ ਸਟੇਟਮੈਂਟ ਦੇ ਅੰਦਰ ਵੀ ਦੋ ਕੰਪੈਰੀਜ਼ਨ ਹੁੰਦੇ ਨੇ, ਇੱਕ ਤਾਂ ਬੈਲੈਂਸ ਸ਼ੀਟ ਨੂੰ ਲੈ ਕੇ ਹੁੰਦਾ ਵਾ, ਇੱਕ ਪ੍ਰੋਫਿਟ ਐਂਡ ਲਾਸ ਮੀਨਸ ਇਨਕਮ ਸਟੇਟਮੈਂਟ ਨੂੰ ਲੈ ਕੇ ਕੀਤਾ ਜਾਂਦਾ। ਸੋ ਫਸਟਲੀ ਆਪਾਂ ਕਰਾਂਗੇ ਅੰਦਰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ ਕਾਮਨ ਸਾਈਜ਼ ਸਟੇਟਮੈਂਟ ਨੂੰ ਕਿਵੇਂ ਕੰਪੈਰੀਜ਼ਨ ਕੀਤਾ ਜਾਂਦਾ। ਸੋ ਆਪਾਂ ਕਾਮਨ ਸਾਈਜ਼ ਸਟੇਟਮੈਂਟ ਦੇ ਅੰਦਰ ਇੱਕ ਪ੍ਰੈਕਟੀਕਲ ਕੁਐਸਚਨ ਲਿਆ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ। ਪ੍ਰੋਫਿਟ ਐਂਡ ਲਾਸ ਅਕਾਊਂਟ ਆਪਾਂ ਲਾਸਟ ਕੰਪੈਰੀਟਿਵ ਸਟੇਟਮੈਂਟ ਦੇ ਅੰਦਰ ਵੀ ਕੀਤਾ ਸੀ। ਉਹਦੇ ਤੇ ਇਹਦੇ ਵਿੱਚ ਜਸਟ ਕੰਪੈਰੀਜ਼ਨ ਐਨਾਲਾਈਜ਼ ਕਰਨ ਦਾ ਫਰਕ ਆ, ਬਾਕੀ ਕੋਈ ਫਾਰਮੈਟ ਦੇ ਵਿੱਚ ਕੋਈ ਫਰਕ ਨਹੀਂ। ਜੇ ਤੁਸੀਂ ਦੇਖ ਰਹੇ ਹੋਗੇ, ਪਹਿਲਾਂ ਆਪਾਂ ਨੂੰ ਇਨਕਮਸ ਦਿੱਤੀਆਂ ਨੇ, ਇਨਕਮ ਫਰੋਮ ਆਪਰੇਸ਼ਨ ਮਤਲਬ ਨੈਟ ਸੇਲ ਦਿੱਤੀ ਆ। ਇਨਕਮ ਫਰੋਮ ਆਪਰੇਸ਼ਨ ਨੂੰ ਆਪਾਂ ਕੀ ਕਹਿੰਦੇ ਨੇ? ਨੈਟ ਸੇਲ। ਡੇਲੀ ਰੂਟੀਨ ਨਾਲ ਜੋ ਸਾਡੀ ਇਨਕਮ ਹੋਈ ਆ ਬਿਜ਼ਨਸ ਦੇ ਅੰਦਰ 10 ਲੱਖ ਆ, 12,50,000। ਫਿਰ ਸਾਨੂੰ ਖਰਚੇ ਦਿੱਤੇ ਆ। ਪਰਚੇਜ਼ ਕਹਿੰਦੇ 7,20,000 ਦਾ ਸੀਗਾ 2014 ਚ, 2015 ਚ 8,70,000 ਦਾ। ਚੇਂਜ ਇਨ ਇਨਵੈਂਟਰੀ ਮਤਲਬ ਸਟਾਕ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ 30,000 ਰੁਪਇਆ, 20,000 ਰੁਪਇਆ ਨੈਗੇਟਿਵ, ਮਤਲਬ ਸਾਡਾ ਜਿਹੜਾ ਨੈਗੇਟਿਵ ਸੀਗਾ। ਇਹ ਗੱਲ ਧਿਆਨ ਰੱਖੋ, ਜੇ ਬ੍ਰੈਕਟ ਚ ਇਹਦਾ ਇਫੈਕਟ ਨੈਗੇਟਿਵ ਹੀ ਦਿਖੂਗਾ। ਡੈਪਰੀਸੀਏਸ਼ਨ ਆ 20,000 ਆ, 30,000 ਆ, ਅਦਰ ਐਕਸਪੈਂਸਿਸ 30,000 ਆ, 50,000। ਸੋ ਟੋਟਲ ਐਕਸਪੈਂਸਿਸ 8 ਲੱਖ ਆ ਤੇ 9,30,000 ਰੁਪਇਆ। ਸੋ ਪ੍ਰੋਫਿਟ ਆਪਾਂ ਕਿਵੇਂ ਕੈਲਕੂਲੇਟ ਕੀਤਾ? ਫਸਟ ਇਨਕਮ ਮਾਈਨਸ ਆਲ ਐਕਸਪੈਂਸਿਸ। ਆਲ ਐਕਸਪੈਂਸਿਸ ਮੀਨਸ ਆਲ ਐਕਸਪੈਂਸਿਸ ਮੀਨਸ 8 ਲੱਖ। ਜੇ 10 ਲੱਖ ਚੋਂ 8 ਲੱਖ ਕੱਢਤੇ ਤਾਂ ਪ੍ਰੋਫਿਟ ਆ ਗਿਆ ਆਪਾਂ ਨੂੰ। ਇਹ ਕੁਐਸਚਨ ਆ ਬੱਚੇ, ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਹੀ ਇਦਾਂ ਗਿਵਨ ਹੋਊਗਾ। ਮੈਂ ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ, ਜਸਟ ਜੋ ਆਨਸਰ ਕੈਲਕੂਲੇਟ ਕਰਨਾ ਉਹ ਆਪਾਂ ਸਟਾਰਟ ਕਰਾਂਗੇ। ਹਜੇ ਕੁਐਸਚਨ 'ਚ ਹੀ ਤੁਹਾਨੂੰ ਇੰਨਾ ਸਾਰਾ ਕੁਝ ਗਿਵਨ ਹੋਊਗਾ। ਹੋ ਸਕਦਾ ਇੱਥੇ ਲਾਸਟ ਵੀਡੀਓ ਦੇ ਅੰਦਰ ਆਪਾਂ ਸਿੱਖਿਆ ਸੀ ਕਿ ਕੁਛ ਨਾ ਕੁਛ ਪਰਸੈਂਟੇਜ ਦਿੱਤੀ ਜਾਵੇ, ਟੈਕਸ 30% ਦਿੱਤਾ ਹੋਵੇ ਤਾਂ ਆਪਾਂ ਕੈਲਕੂਲੇਟ ਕਰ ਲਾਂਗੇ ਇਹਦੇ ਤੇ। ਜੇ ਆਪਾਂ ਨੂੰ ਗਿਵਨ ਆ ਤਾਂ ਆਪਾਂ ਇਦਾਂ ਹੀ ਲਿਖ ਲਾਂਗੇ। ਸੋ ਨੈਕਸਟ ਇਹਦੇ ਅੰਦਰ ਤੁਹਾਨੂੰ ਲਾਸਟ ਤੱਕ ਗਿਵਨ ਆ ਕਿ ਪ੍ਰੋਫਿਟ ਆਫਟਰ ਟੈਕਸ 1,40,000 ਬਚਦਾ ਤੇ 2,24,000 ਬਚਦਾ। ਹੁਣ ਕਰ ਰਹੇ ਹਾਂ ਆਪਾਂ ਹੈਡਿੰਗ ਕਰ ਰਹੇ ਹਾਂ ਕਾਮਨ ਸਾਈਜ਼ ਸਟੇਟਮੈਂਟ। ਕਾਮਨ ਸਾਈਜ਼ ਸਟੇਟਮੈਂਟ ਦੇ ਅੰਦਰ ਆਪਾਂ ਹੁਣੀ ਡੈਫੀਨੇਸ਼ਨ ਕੀਤੀ ਕਿ ਇੰਡੀਵਿਜੂਅਲ ਆਈਟਮਸ ਨੂੰ ਕੰਪੇਅਰ ਕੀਤਾ ਜਾਂਦਾ, ਇੰਡੀਵਿਜੂਅਲ ਆਈਟਮਸ ਨੂੰ ਕੰਪੇਅਰ ਵਰਟੀਕਲੀ ਕੀਤਾ ਜਾਂਦਾ, ਐਂਡ ਦੂਸਰਾ ਕੀ ਸੀ ਪੁੱਤਰ?
वर्टिकली कीता जांदा प्लस कॉमन बेस ना कीता जांदा। जे प्रॉफिट एंड लॉस अकाउंट आ तां कॉमन बेस की होऊगा, आपां हुणी याद कीता सीगा। जे वर्टिकली कंपैरिजन करना वा और कॉमन साइज दे अंदर करना वा तां प्रॉफिट एंड लॉस दे अंदर जिहड़ा कॉमन बेस होगा वो की होगा, कॉमन बेस की होगा बच्चे, रेवेन्यू फ्रॉम ऑपरेशन मींस 10 लाख रुपया। और जे तुसीं देखिया होगा ना कंपैरिजन दे अंदर की सीगा, जब कंपैरेटिव स्टेटमेंट करदे 2014 ਨੂੰ 2015 ਨਾਲ ਕੰਪੇਅਰ ਕਰਦੇ ਸੀ, ਫਿਰ ਆਪਾਂ ਇਨਕਰੀਜ਼ ਡਿਕਰੀਜ਼ ਲਿਖਦੇ ਸੀਗੇ। ਇਹਦੇ ਅੰਦਰ ਬੱਚੇ ਇਹੋ ਜਿਹਾ ਕੁਝ ਨਹੀਂ ਕਰਨਾ, ਨਾ ਇਨਕਰੀਜ਼ ਕਰਨਾ ਡਿਕਰੀਜ਼ ਕਰਨਾ, ਨਾ ਹੀ 14 ਨੂੰ 15 ਨਾਲ ਕੰਪੈਰੀਜ਼ਨ ਕਰਨਾ। ਕਾਮਨ ਮਤਲਬ ਇੰਡੀਵਿਜੂਅਲ ਆਈਟਮਸ ਨੂੰ ਕਾਮਨ ਬੇਸ ਨਾਲ ਕਰਨਾ, ਮਤਲਬ 14 ਦਾ 14 ਦੇ ਵਿੱਚ ਹੀ ਕੰਪੈਰੀਜ਼ਨ ਹੋਣਾ, 15 ਦਾ 15 ਦੇ ਵਿੱਚ ਹੀ ਕੰਪੈਰੀਜ਼ਨ ਹੋਣਾ। ਲੈਟਸ ਸਟਾਰਟ ਵਿਦ ਪ੍ਰੈਕਟੀਕਲ। ਹਾਂਜੀ ਬੱਚੇ, ਜੇ 14 ਦਾ ਕੰਪੈਰੀਜ਼ਨ ਕਰਨਾ ਤਾਂ ਕਿਵੇਂ ਕਰਾਂਗੇ? ਪਹਿਲੀ ਗੱਲ ਇੱਥੇ ਆਪਾਂ ਕੰਪੈਰੀਜ਼ਨ ਪਰਸੈਂਟੇਜ ਲਿਖਣੀ ਹੈ। ਸੋ 2014 ਦੀ, ਇਹਦੇ ਵਿੱਚ 15 ਦੀ ਕੋਈ ਇਨਵੋਲਵਮੈਂਟ ਨਹੀਂ ਗੀ, ਇਸ ਗੱਲ ਨੂੰ ਧਿਆਨ ਰੱਖੀ। 15 ਨੂੰ ਕੋਈ ਨਹੀਂ ਕੰਪੈਰੀਜ਼ਨ ਕਰਨਾ, ਆਪਾਂ ਸਿਰਫ 14 ਨੂੰ ਹੀ ਕੰਪੇਅਰ ਕਰਨਾ। ਸੋ 14 ਨੂੰ ਕੰਪੇਅਰ ਕਰਨਾ ਕਿਹਦੇ ਨਾਲ ਕਰਨਾ, ਇਹ ਗੱਲ ਯਾਦ ਰੱਖਿਓ। ਮੈਂ ਇੱਥੇ ਲਿਖ ਵੀ ਦਿੰਨਾ, ਕਿਹਦੇ ਨਾਲ ਕੰਪੇਅਰ ਕਰਨਾ, ਰੈਵਨਿਊ फ्रॉम ऑपरेशन नाल कंपेयर करना। हुण जे रेवेन्यू फ्रॉम ऑपरेशन नाल जिहदे नाल कंपैरिजन करना बच्चे, वो खुद कितना होगा 100%। ये गल याद रखियो, खुद कितना होगा बच्चे, वो 100%। ये गल याद रखियो बच्चे, रेवेन्यू फ्रॉम ऑपरेशन हमेशा इहदे विच 100% होगा। नैक्सट इहदे अंदर हुण आपां कंपैरिजन स्टार्ट करांगे। कंपैरिजन स्टार्ट करन दे लई बच्चे सब तो पहला आपां नूं देखना पैना परचेज। ਹੁਣ 2014 ਦੀ ਗੱਲ ਕਰਨੀ ਆ, ਬੱਚੇ ਇਧਰੋਂ ਇਧਰੋਂ ਲੈ ਜਾਂਦੇ, ਆਪਾਂ 14 ਦੀ ਗੱਲ ਕਰਨੀ ਤਾਂ 14 ਨੂੰ ਹੀ ਕੰਪੈਰੀਜ਼ਨ ਕਰਨਾ, ਔਰ 14 ਦੀ ਅਮਾਉਂਟਸ ਨਾਲ ਹੀ ਕੰਪੈਰੀਜ਼ਨ ਕਰਨਾ। ਮੀਨਸ 7,20,000 ਨੂੰ ਕੰਪੇਅਰ ਕਰਨਾ 10 ਲੱਖ ਨਾਲ। ਇਹਦਾ ਫਾਰਮੂਲਾ ਕੀ ਆ, ਮੈਂ ਇੱਥੇ ਲਿਖ ਦਿੰਦਾ ਇੱਕ ਕੈਲਕੂਲੇਟ ਕਰਨ ਲਈ। ਤੁਸੀਂ 7,20,000 ਨੂੰ ਹੀ ਕੰਪੈਰੀਜ਼ਨ ਮੀਨਸ ਪਰਸੈਂਟੇਜ ਕੈਲਕੂਲੇਟ ਕਰਨੀ ਆ। ਮੀਨਸ ਇੰਨੀ ਰੈਵਨਿਊ ਜਨਰੇਟ ਕਰ, ਮਤਲਬ ਇੰਨੇ ਪਰਚੇਸ ਸਟਾਕ ਸੀਗਾ ਸਾਡੇ ਨਾਲ ਤੇ ਉਹਦੇ ਨਾਲ ਇੰਨੀ ਰੈਵਨਿਊ ਜਨਰੇਟ ਹੋਈ, ਮਤਲਬ ਇਹਨੇ ਆਪਣਾ ਕਿੰਨਾ ਯੋਗਦਾਨ ਪਾਇਆ ਇਹਦੇ ਵਿੱਚ। 10 ਲੱਖ ਇਨਕਮ ਕ੍ਰੀਏਟ ਜਨਰੇਟ ਹੋਣ ਦੇ ਵਿੱਚ ਸਾਡਾ ਕਿੰਨਾ ਯੋਗਦਾਨ ਪਿਆ ਹੈ ਪਰਚੇਜ਼ ਆਫ ਸਟਾਕ ਦਾ, ਉਸ ਚੀਜ਼ ਨੂੰ ਕੈਲਕੂਲੇਟ ਕਰਨਾ। ਸੋ 7,20,000 ਡਿਵਾਈਡ ਬਾਈ 10 ਲੱਖ। ਕਲੀਅਰ? ਆਈ ਹੋਪ ਤੁਹਾਨੂੰ ਵਿਜ਼ਿਬਿਲਿਟੀ ਹੋਊਗੀ, ਮੈਂ ਨਾਲ ਨਾਲ ਬੋਲੀ ਜਾਣਾ। कॉमन्स इंडिविजुअल आइटम्स नू डिवाइड करना बेस नाल, इंडिविजुअल आइटम नू डिवाइड करना बेस नाल। क्लीयर बच्चे? इंडिविजुअल आइटम्स नू डिवाइड करना बेस नाल। 7,20,000 डिवाइडेड बाय 10 लाख। सो कितना आ जाऊगा बच्चे, इस चीज नू कैलकुलेट करके देखियो। जो तुसीं इहनू कैलकुलेट करोगे तां बच्चे आ जाऊगा 72 मल्टीप्लाई बाय 100 कर दिओ, परसेंटेज चाहे 72। नैक्सट 30,000 ਨੂੰ ਜਦੋਂ ਤੁਸੀਂ 10 ਲੱਖ ਨਾਲ ਕੰਪੈਰੀਜ਼ਨ ਕਰੋਗੇ, ਮਤਲਬ 30,000 ਨੂੰ ਡਿਵਾਈਡ ਕਰੋਗੇ ਬੱਚੇ 10 ਲੱਖ ਨਾਲ, 100 ਕਿੰਨਾ ਆ ਜਾਊਗਾ 3। ਕੈਲਕੂਲੇਟ ਕਰਕੇ ਦੇਖਿਓ। ਨੈਕਸਟ ਜੇ ਤੁਸੀਂ 20,000 ਡਿਵਾਈਡ ਬਾਈ 10 ਲੱਖ ਕਰੋਗੇ, ਮਲਟੀਪਲਾਈ ਬਾਈ 100 ਕਰੋਗੇ ਤਾਂ ਉਹ ਆ ਜਾਊਗਾ 2। ਅਗੇਨ 30,000 ਡਿਵਾਈਡ ਬਾਈ 10 ਲੱਖ, ਇਹ ਅਗੇਨ ਕਿੰਨਾ ਆ ਜਾਊਗਾ 3। ਬੱਚੇ ਕੁਝ ਬਹੁਤ ਈਜ਼ੀ ਆ। ਕਈ ਵਾਰ ਕੀ ਹੁੰਦਾ, ਆਪਾਂ ਪੇਪਰ ਦੇ ਵਿੱਚ ਬੈਠਦੇ ਆ ਨਾ, ਜਦੋਂ ਕੰਪੇਅਰ ਸਪੋਜ਼ ਕਰੋ ਉੱਥੇ ਕੁਛ ਆਪਾਂ ਦੋਨਾਂ ਦੀ ਪ੍ਰੈਕਟਿਸ ਕਰਕੇ ਗਏ ਆ, ਕਾਮਨ ਸਾਈਜ਼ ਤੇ ਕੰਪੈਰੀਟਿਵ, ਆਪਾਂ ਉੱਥੇ ਭੁੱਲ ਜਾਂਦੇ ਆ। ਆਪਾਂ ਉੱਥੇ ਬੱਚੇ ਭੁੱਲ ਹੀ ਜਾਵਾਂਗੇ ਕਿ ਇਹਦੇ ਵਿੱਚ ਆਹ ਪਲੱਸ ਮਤਲਬ 2 ਈਅਰਸ ਨੂੰ ਕੰਪੇਅਰ ਕਰਨਾ ਜਾਂ ਆਪਸ ਦੇ ਵਿੱਚ ਹੀ ਕਾਮਨ ਬੇਸ ਲੈ ਕੇ ਕਰਨਾ। ਸੋ ਕਾਮਨਲੀ ਵਰਡ ਤੋਂ ਯਾਦ ਰੱਖਿਓ ਕਿ ਕਾਮਨ ਬੇਸ ਲੈ ਕੇ, ਕਾਮਨ ਸਾਈਜ਼ ਸਟੇਟਮੈਂਟ ਬਣਾਉਣੇ ਤਾਂ ਕਾਮਨ ਬੇਸ ਲੈ ਕੇ ਆਪਾਂ ਕੰਪੈਰੀਜ਼ਨ ਇੰਡੀਵਿਜੂਅਲ ਆਈਟਮਸ ਨੂੰ ਕੰਪੇਅਰ ਕਰੀ ਜਾਣਾ। क्लीयर बच्चे? आई होप ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਗੀ। ਬਹੁਤ ਈਜ਼ੀ ਆ। ਜੇ ਕਿਸੇ ਵੀ ਬੱਚੇ ਨੂੰ ਕਨਫਿਊਜ਼ਨ ਤਾਂ ਮੈਂ ਫਿਰ ਵੀ ਇੱਕ ਇੱਥੇ ਕਰਕੇ ਦਿਖਾ ਦਿੰਦਾ। ਜਦੋਂ ਆਪਾਂ 8 ਲੱਖ ਨੂੰ 10 ਲੱਖ ਨਾਲ ਡਿਵਾਈਡ ਕਰਾਂਗੇ, ਸੋ 8 ਲੱਖ ਨੂੰ 10 ਲੱਖ ਨਾਲ ਡਿਵਾਈਡ ਕਰੋਗੇ ਤਾਂ ਇਹਦਾ ਆਨਸਰ ਕਿੰਨਾ ਆ ਜਾਊਗਾ ਬੱਚੇ? ਇਹ ਕਿੰਨੇ ਪਰਸੈਂਟ ਹੋ ਜਾਊਗਾ? 80%। 80। ਮੈਂ ਤੁਹਾਨੂੰ ਇਹਦਾ ਚੈੱਕ ਕਰਨ ਦਾ ਤਰੀਕਾ ਵੀ ਦੱਸੂਗਾ। ਨੈਕਸਟ ਆ ਕਿੰਨਾ ਬੱਚੇ? 2 ਲੱਖ। 2 ਲੱਖ डिवाइड बाय 10 लाख, 2 लाख डिवाइड बाय 10 लाख। सो ये कितना आ जाएगा बच्चे? 20।
करके देखी है 2 लाख डिवाइड बाय 10 लाख गुणा 100 आप मल्टीप्लीकेशन मतलब परसेंटेज करें तो मल्टीप्लाई बाय 100 जरूर करांगे। देन 60,000 डिवाइड बाय 10 लाख 60,000 डिवाइड बाय 10 लाख सो ये कितना हो जाएगा 6। सो प्रॉफिट आफ्टर टैक्स इधर तुम इतों माइनस भी कर दोगे बट इतों ही करो 1,40,000 डिवाइड बाय 10 लाख तो करोगे तो आ जाऊगा 14। हुण एक चीज ध्यान दो बच्चे बड़ी इंपॉर्टेंट है जे तुसी कंपैरेटिव स्टेटमेंट बनाई होगी तो जिहड़ा उहदा टोटल हुंदा सी ना टोटल मतलब इंडिविजुअल आइटम्स नूं आपां कंपैरिजन करदे सीगे। सो कदे 30% 20% 50% ਇਹਦੇ ਵਿੱਚ ਕੀ ਆ ਕਿ ਆਪਾਂ ਟੋਟਲ 100% ਮੰਨਿਆ तो सो जो इन्हां दा इनकम दा ते प्रॉफिट्स दा टोटल होगा वो 100 ही बनूगा। देखो जे तुसीं इत्थे चेक करना चाहो ध्यान नाल देखो कहंदा 100% साडी इनकम हुई असीं मन के चलदे हां जिहदे विच 80% साडे टोटल खर्चे आ ते 20% साडा की आ प्रॉफिट। मतलब जे असीं 10 लाख रुपया कमाया वा तां उहदे विच 8 लाख दे तां खर्चे ही हो गए। देखो इत्थे हैगा प्रैक्टिकली समझ के देखो 8 लाख दे 10 लाख रुपया कमाया 8 लाख दे खर्चे हो गए मतलब 80% साडा खर्चे हो गए 20% असीं कमाया मतलब 2 लाख रुपये। जे तुसीं 10 लाख का 20% लाओगे तो 2 लाख रुपये ही बनूगा। ਇਹਦੇ ਤੋਂ ਇਹ ਵੀ ਬਣ ਸਕਦੀ ਹੈ ਇਹਦੇ ਤੋਂ ਇਹ ਵੀ ਬਣ ਸਕਦਾ। ਕਲੀਅਰ ਬੱਚੇ। ਸੋ ਕਾਮਨ ਸਾਈਜ਼ ਮੀਨਸ ਆਪਾਂ ਕਹਿ ਸਕਦੇ ਹਾਂ ਕਿ 20% ਪ੍ਰੋਫਿਟ ਕਮਾਇਆ। ਅੱਛਾ 20% ਪ੍ਰੋਫਿਟ ਕਮਾਇਆ ਦੈਟ ਮੀਨਸ ਕੰਪੈਰੀਜ਼ਨ ਕਰਕੇ ਦੇਖੋ ਜੇ ਤੁਸੀਂ ਕਹੋ ਕਿਸੇ ਨੂੰ ਕਹੋ ਕਿ 10 ਲੱਖ ਰੁਪਇਆ ਟੋਟਲ ਸੇਲ ਹੋਈ ਸੀਗੀ ਤੇ 20% ਕਮਾਇਆ ਤਾਂ ਪਰਸਨ ਈਜ਼ੀਲੀ ਕੈਲਕੂਲੇਟ ਕਰ ਲੂਗਾ ਕਿ ਇੰਡੀਵਿਜੂਅਲ ਪ੍ਰੋਫਿਟ ਕਿੰਨਾ ਹੋਇਆ ਕੈਲਕੂਲੇਟ ਕਰਨਾ ਕਰਕੇ ਦੇਖ ਲੂਗਾ ਕਿ ਉਹ 2 ਲੱਖ ਰੁਪਇਆ ਹੋਇਆ ਸੀਗਾ। ਸੋ ਕਾਮਨਲੀ ਇੰਡੀਵਿਜੂਅਲ ਆਈਟਮਸ ਨੂੰ ਆਪਾਂ ਇਹਦੇ ਅੰਦਰ ਐਨਾਲਾਈਜ਼ ਕਰਦੇ ਹਾਂ। ਸੋ ਨੈਕਸਟ ਇਦਾਂ ਹੀ 2015 ਦਾ ਮੈਂ ਬਾਰ-ਬਾਰ ਕਹਿ ਰਿਹਾ ਇਹਦੇ ਵਿੱਚ ਈਅਰਸ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਹੈ। ਸੋ ਸੇਮ 12,50,000 ਰੁਪਇਆ ਲਾਉਂਗੇ ਬੱਚੇ ਇਹਦੇ ਵਿੱਚ ਮੈਂ ਕਰਕੇ ਦਿਖਾ ਦਿੰਦਾ ਇਹ 100% ਲਾਉਂਗੇ। ਨੈਕਸਟ 8,70,000 ਨੂੰ ਬੱਚੇ डिवाइड किहदे नाल करना। हुण इहदा बेस ईयर कौन आ 2015 का बेस ईयर कौन आ 12,50,000 रुपये मल्टीप्लाई बाय 100। सो ये 12,50,000 नाल ही डिवाइड करूंगे। सो ਇਹਦਾ कितना आ जाऊगा बच्चे रेवेन्यू फ्रॉम ਜਿਹੜੇ परचेज मतलब खर्चे होए ਤੁਹਾਡੇ 69 आई होप जे तुसीं कैलकुलेटर ते करके देखोगे तो 69.60 आ जाऊगा। नैक्सट 20,000 ये नैगेटिव आ। हुण देखो 20,000 नैगेटिव आ तो मैं नैगेटिव ही लिख रहा डिवाइड बाय 12,50,000 मल्टीप्लाई बाय 100। सो जो तुसीं इहनूं कैलकुलेट करोगे तो बच्चे 1.60 आ जाऊगा आऊगा तो 1.60 बट वो नैगेटिव सी तां इहदे विच नैगेटिव ही शो करांगे। नैक्सट 30,000 डिवाइड बाय 12,50,000 रुपया मल्टीप्लाई बाय 100। सो ਇਹਦਾ ਕਿੰਨਾ ਆ ਜਾਊਗਾ 2.40 कैलकुलेटर ਤੇ ਕਰਕੇ ਦੇਖਿਓ ਅਗੇਨ 50,000 डिवाइड बाय 12,50,000 रुपया। सो ਇਹਦਾ ਆ ਜਾਊਗਾ ਜੇ ਤੁਸੀਂ ਕਰਕੇ ਦੇਖੋਗੇ ਇਹਦਾ थोड़ा डबल कर दोगे 4.00 हो जाएगा मतलब 4% हो गया। क्लियर। सो ये किमें आया होगा 50,000 डिवाइड बाय 12,50,000 गुणा 100। ਇਹਦੇ ਵਿੱਚ ਆਪਾਂ 10 ਲੱਖ ਨਾਲ ਡਿਵਾਈਡ ਕਰ ਰਹੇ ਸੀ ਇਹਦੇ ਵਿੱਚ 12,50,000 ਨਾਲ ਡਿਵਾਈਡ ਕਰ ਰਹੇ ਹਾਂ। ਕਲੀਅਰ। ਸੋ ਇਹਦੀ ਪਰਸੈਂਟੇਜ ਕਿੰਨੀ ਬਣ ਜੂਗੀ ਆਈ ਤਾਂ ਤੁਸੀਂ ਇੱਥੋਂ ਵੀ ਪਲੱਸ ਕਰਕੇ ਲਿਖ ਸਕਦੇ ਹੋ ਬਟ ਨਹੀਂ ਇਹ ਗਲਤ ਹੋ ਸਕਦਾ ਕਈ ਵਾਰ ਇਹ ਸਗੋਂ ਕਾਊਂਟਰ ਚੈੱਕ ਹੋ ਜਾਂਦਾ। ਤੁਸੀਂ 9,30,000 ਨੂੰ 12,50,000 ਨਾਲ ਕਰੋ ਤਾਂ ਉਹ ਜ਼ਿਆਦਾ ਸਹੀ ਰਹੂਗਾ। ਸੋ ਇਹ ਤੁਹਾਡਾ ਆ ਜਾਊਗਾ 74.40। ਜਦੋਂ ਤੁਸੀਂ ਇਹਦਾ ਟੋਟਲ ਕਰਕੇ ਦੇਖੋਗੇ ਤਾਂ ਵੀ 74.40 ਬਣੂਗਾ ਬ੍ਰੈਕਟ ਤਾਂ ਮਾਈਨਸ ਕਰ ਦੋਗੇ। ਨੈਕਸਟ प्रॉफिट बिफोर टैक्स कितना वा 3,20,000 डिवाइड बाय 12,50,000 रुपया लिख देना एक बार 3,20,000 डिवाइड बाय 12,50,000 मल्टीप्लाई बाय 100। सो ਇਹਦੀ अमाउंट कितनी आ जाऊगी बच्चे जे तुसी करके देखोगे तो 25.60 एंड लास्ट 96,000 मीन्स 96,000 डिवाइड बाय 12,50,000 रुपया मल्टीप्लाई बाय 100। सो ਇਹਦੀ ਅਮਾਉਂਟ ਆ ਜੂਗੀ 7.6
68 एंड लास्ट वन प्रॉफिट आफ्टर टैक्स बाय 2 लाख मतलब 2,24,000 डिवाइड बाय 12,50,000 करोगे तो थोड़ी बच्चे की वैल्यू आ जाएगी 17.92 17.92। हाँ बच्चे ਇਹਦੇ ਵਿੱਚ ਨਾ ਇੱਕ ਚੀਜ਼ ਜ਼ਰੂਰ ਆ ਕਿ ਤੁਸੀਂ ਥੱਲੇ ਐਕਸਪਲੇਨੇਸ਼ਨ ਜ਼ਰੂਰ ਦੇ ਸਕਦੇ ਹੋ ਕਿ ਜੇ ਤੁਹਾਨੂੰ ਲੱਗਦਾ ਵਾ ਕਿ ਦੇਖੋ ਆਪਸ ਦੇ ਵਿੱਚ ਥੱਲੇ ਕਾਮਨ ਐਨਾਲਾਈਜ਼ ਕਰ ਸਕਦੇ ਹੋ ਕੁਛ ਨਾ ਕੁਛ ਲਿਖ ਸਕਦੇ ਹੋ ਕਿ 2014 ਦੇ ਵਿੱਚ ਜਿਹੜਾ ਸਾਨੂੰ ਪ੍ਰੋਫਿਟ ਹੋਇਆ ਸੀਗੇ ਉਹ 14% ਸੀਗੇ ਜਿਹੜੇ ਕਿ ਰੈਵਨਿਊ ਬੇਸ ਸੀਗੇ ਬਟ ਹੁਣ ਕਿਤੇ ਨਾ ਕਿਤੇ 17.92 ਹੋ ਗਿਆ ਬਟ ਇਹ ਇੰਨਾ ਜ਼ਰੂਰੀ ਨਹੀਂਗਾ ਇਸ ਤੁਹਾਡੇ ਸਿਲੇਬਸ 'ਚ ਨਹੀਂ ਹੈ ਕਿ ਤੁਸੀਂ ਥੱਲੇ ਡਿਫਾਈਨ ਕਰੋ ਕਈ ਵਾਰ ਬੁੱਕਸ ਦੇ ਵਿੱਚ ਦਿੱਤਾ ਹੁੰਦਾ ਉਹ ਹਾਇਰ ਕਲਾਸਿਸ ਲਈ ਆ बट तुसी सिंपली इस चीज कंपैरिजन करना सीखो एनालाइज बनाना सीखो सो दैट्स इट्स अ पार्ट ऑफ द कॉमन साइज स्टेटमेंट ऑफ प्रॉफिट एंड लॉस अकाउंट। सो आई होप कि तुहानू बच्चे क्लीयर हो गया होगा कि आपां इहदे विच मैं शॉर्टली तुहानू रिवाइज करवा देना इहदे विच की आ कॉमन साइज दे अंदर आपां पहली गल कि दोनों सालां नू आपस च कंपेयर नहीं करदे कोई इंक्रीज डिक्रीज नहीं देखदे। कॉमन साइज दे अंदर आपां एक बेस सिलेक्ट करदे हां बेस किनू मनदे हां जे प्रॉफिट एंड लॉस अकाउंट आ तां रेवन्यू फ्रॉम ऑपरेशन मानते हमेशा चाहे अदर इनकम दिती हो आप रेवन्यू फ्रॉम ऑपरेशन ही 100% मनना। क्लीयर आप इत्थे लिख लिया। उस तो बाद जिन्हों भी कंपैरिजन करना लाइक परचेज ऑफ स्टॉक का 7,20,000 डिवाइड बाय 10 लाख जिन्हों भी कंपैरिजन करना आप रेवन्यू फ्रॉम ऑपरेशन बेस थले लिख लेना उपर ओदी वैल्यू लिख के 100 नाल मल्टीप्लाई करके ओदी वैल्यूज ਨੂੰ ਲਿਖੀ ਜਾਣਾ ਪਰਸੈਂਟੇਜ ਦੇ ਵਿੱਚ ਕਨਵਰਟ ਕਰਕੇ 2014 ਦੀਆਂ ਨੂੰ 2014 ਨਾਲ 2015 ਦੀਆਂ ਨੂੰ 15 ਨਾਲ ਆਪਸ ਦੇ ਵਿੱਚ ਕੋਈ ਕੰਪੈਰੀਜ਼ਨ ਨਹੀਂ ਨਾ। ਸੋ ਇਹ ਸਿੰਪਲ ਜਿਹਾ ਇੱਕ ਪ੍ਰੋਫਿਟ ਐਂਡ ਲਾਸ ਅਕਾਊਂਟ ਕਾਮਨ ਸਾਈਜ਼ ਦਾ ਕੁਐਸਚਨ ਸੀਗਾ ਸਿੰਪਲ ਔਰ ਟਫ ਬਸ ਇਹ ਜਿਹਾ ਟਫ ਆ ਸਿੰਪਲ ਵੀ ਇਹੀ ਆ ਔਰ ਟਫ ਵੀ ਇਹੀ ਆ ਇਸ ਤੋਂ ਜ਼ਿਆਦਾ ਟਫ ਨਹੀਂ ਤੁਹਾਨੂੰ ਪੇਪਰ ਦੇ ਵਿੱਚ ਮਿਲੂਗਾ। ਆਈ ਹੋਪ ਤੁਹਾਡਾ ਇੱਕ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਥੈਂਕ ਯੂ ਸੋ ਮਚ ਬੱਚੇ। ਨੈਕਸਟ ਵੀਡੀਓ ਦੇ ਅੰਦਰ ਆਪਾਂ ਕਾਮਨ ਸਾਈਜ਼ ਸਟੇਟਮੈਂਟ ਦੇ ਅੰਦਰ ਬੈਲੈਂਸ ਸ਼ੀਟ ਨੂੰ ਕਿਵੇਂ ਬਣਾਇਆ ਜਾਂਦਾ ਐਨਾਲਾਈਜ਼ ਕੀਤਾ ਜਾਂਦਾ ਉਹਦੇ ਬਾਰੇ ਸਿੱਖਾਂਗੇ। ਥੈਂਕ ਯੂ ਬੱਚੇ। ਗੋਡ ਬਲੈਸ ਯੂ ਆਲ।